ਸਤਨਾਮ। ਵਾਹਿਗੁਰੂ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਤਨਾਮ। ਵਾਹਿਗੁਰੂ ਜੀ। ਮਹਿਲਾ ਤੀਜਾ। ਲੋਕਾ ਵੇ ਹੋਂ ਸੁਹਵੀ, ਸੂਹਾ ਵੇਸ ਕਰੀ। ਵੇਸੀ ਸ਼ਹ ਨਾ ਪਾਇਆ, ਕਰ ਕਰ ਵੇਸ ਰਹੀ। ਨਾਨਕ ਤਿਨੀ ਸ਼ਹ ਪਾਇਆ, ਜਿਨੀ ਗੁਰ ਕੀ ਸਿੱਖ ਸੁਣੀ। ਜੋ ਤਿਸ ਭਾਵੈ ਸੋ ਥੀਐ, ਇਨ ਬਿਦ ਕੰਤ ਮਿਲੀ। ਜੋ ਤਿਸ ਭਾਵੈ ਸੋ ਥੀਐ, ਇਨ ਬਿਦ ਕੰਤ ਮਿਲੀ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਅੰਮ੍ਰਿਤ ਵੇਲੇ ਤੋਂ ਸਜੀ ਸਾਧ ਸੰਗਤ ਦੇ ਅੰਦਰ ਗੁਰੂ ਸਾਹਿਬ ਜੀ ਦੇ ਬਖਸ਼ੇ ਉਦਮ ਅਤੇ ਉਤਸ਼ਾਹ ਪ੍ਰੇਰਨਾ ਸਦਕਾ ਜੁੜ ਬੈਠੇ ਸਤ ਸੰਗੀ ਜਨੋ, ਜਿਸ ਬਚਨ ਦਾ ਪਾਠ ਆਪ ਜੀ ਨੇ ਸੁਣਨਾ ਕੀਤਾ ਹੈ, ਇਹ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 785 ਤੇ ਰਾਗ ਸੂਹੀ ਦੇ ਵਿੱਚ ਸੂਹੀ ਕੀ ਵਾਰ ਦੀ ਦੂਸਰੀ ਪੌੜੀ ਦਾ ਦੂਸਰਾ ਸ਼ਲੋਕ ਹੈ, ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਚਰਿਤ ਕੀਤਾ ਹੈ। ਆਓ ਇਸ ਬਚਨ ਦੀ ਵਿਚਾਰ ਗੁਰੂ ਮਹਿਰਮਤ ਸਦਕਾ ਸਮਝਣ ਦਾ ਯਤਨ ਕਰਦੇ ਹਾਂ। ਵਖਿਆਨ ਆਰੰਭ ਕਰਦੇ ਹਾਂ। ਪਿਆਰ ਸਹਿਤ ਕਹਿਣਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਲੜੀਵਾਰ ਵਿਚਾਰ ਦੇ ਤਹਿਤ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਵਾਰ ਦੀ ਦੂਸਰੀ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਇੱਕ ਖਾਸ ਨੁਕਤਾ ਸਾਡੇ ਸਾਹਮਣੇ ਰੱਖਿਆ ਸੀ। ਉਹ ਇਹ ਹੈ, ਵਾਹਿਗੁਰੂ ਨੇ ਇਹ ਸਾਰੀ ਕੁਦਰਤ ਆਪਣੇ ਹੁਕਮ ਵਿੱਚੋਂ ਪੈਦਾ ਕੀਤੀ ਹੈ। ਹੁਕਮ ਵਿੱਚੋਂ ਪੈਦਾ ਕਰਕੇ ਅਤੇ ਇਸ ਕੁਦਰਤ ਦੇ ਵਿੱਚ ਮਿਲਾਪ ਦੀ ਗੱਲ ਕੀਤੀ ਹੈ ਕਿ ਸਾਰੇ ਉਹਦੇ ਨਾਲ ਮਿਲ ਸਕਦੇ ਹਨ ਜਾਂ ਉਹ ਸਾਰਿਆਂ ਦੇ ਵਿੱਚੋਂ ਕਿਸੇ ਖਾਸ ਨੂੰ ਚੁਣਦਾ ਹੈ। ਤਾਂ ਗੁਰਦੇਵ ਨੇ ਇਸ ਪਰਥਾਏ ਇੱਕ ਤੱਥ ਇਹ ਲਿਖਿਆ ਕਿ ਜੋ ਗੁਰੂ ਦੀ ਸ਼ਰਨ ਵਿੱਚ ਟੈ ਪਿਆ, ਜਿਸ ਨੇ ਗੁਰੂ ਦੀ ਕਰਨੀ ਨੂੰ ਕਮਾ ਲਿਆ, ਕੋਈ ਸ਼ੱਕ ਨਹੀਂ ਪਰਮੇਸ਼ਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਹੈ। ਗੁਰਦੇਵ ਜ਼ਿਕਰ ਕਰਦੇ ਨੇ, ਇਕਨਾ ਨੋ ਤੂੰ ਮੇਲ ਲੈ। ਇੱਥੇ ਇਕਨਾ ਦਾ ਭਾਵ ਹੈ ਬਹੁਤਿਆਂ ਵਿੱਚੋਂ ਕੁਝ ਖਾਸ ਨੂੰ, ਕੁਝ ਵਿਰਲਿਆਂ ਨੂੰ। ਇਕਨਾ ਨੋ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ। ਜੋ ਗੁਰੂ ਦੇ ਸ਼ਬਦ ਦੀ ਵਿਚਾਰ ਚ ਆ ਗਏ, ਭਾਵ ਗੁਰੂ ਦੀ ਕਰਨੀ ਜਿਨ੍ਹਾਂ ਨੇ ਕਮਾ ਲਈ, ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ। ਇੱਕ ਖਾਸ ਨੁਕਤਾ ਹੈ ਜੋ ਗੁਰਦੇਵ ਨੇ ਇਸ ਪੌੜੀ ਦੇ ਵਿੱਚ ਉਭਾਰਿਆ। ਇਹਦੇ ਨਾਲ ਜੁੜਦੀ ਇੱਕ ਗੱਲ ਪਹਿਲੇ ਸ਼ਲੋਕ ਵਿੱਚ ਅਸੀਂ ਸਾਂਝੀ ਕੀਤੀ ਸੀ, ਜੋ ਪਰਸੋਂ ਦੇ ਦੀਵਾਨ, ਚੌਥ ਦੇ ਦੀਵਾਨ ਵਿੱਚ ਅਸੀਂ ਵਿਚਾਰਿਆ ਸੀਗਾ, ਸਤਿਗੁਰ ਆਪਣਾ ਮਨਾਏ ਲੈ, ਕਿ ਸਿੱਖ ਨੇ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਮਨਾ ਲੈਣਾ, ਮੰਨ ਲੈਣਾ। ਆਪਣੇ ਰੁਸੇਵੇਂ, ਆਪਣੇ ਅੰਦਰ ਦਾ ਤੌਖਲਾ ਗੁਰੂ ਦੇ ਸਾਹਮਣੇ ਨਿਖਾਰ ਕੇ ਰੱਖ ਦੇਣਾ, ਭਾਵ ਆਪਣਾ ਸਾਰਾ ਕੁਝ ਗੁਰੂ ਦੇ ਅੱਗੇ ਖੋਲ ਕੇ ਰੱਖ ਦੇਣਾ, ਜਿਹਨੂੰ ਗੁਰਦੇਵ ਨੇ ਆਖਿਆ, ਗੋਹਜ ਗੱਲ ਦਿਲ ਕੀ ਕੀਚੈ ਸਤਿਗੁਰ ਪਾਸ। ਪਹਿਲੇ ਸ਼ਲੋਕ ਵਿੱਚ ਅਸੀਂ ਇਹ ਗੱਲ ਸਮਝ ਲਈ। ਅੱਜ ਦੇ ਸ਼ਲੋਕ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਲੋਕਾ ਵੇ ਹੋਂ ਸੁਹਾਵੀ। ਲੋਕਾ ਦਾ ਭਾਵ ਹੈ ਹੇ ਲੋਕੋ, ਹਉ ਦਾ ਭਾਵ ਹੈ ਮੈਂ, ਸੂਹੀ ਦਾ ਭਾਵ ਹੈ ਗੂੜੇ ਰੰਗ ਵਾਲੀ। ਹੇ ਲੋਕੋ, ਮੈਂ ਗੂੜੇ ਰੰਗ ਵਾਲੀ ਹਾਂ, ਭਾਵ ਮੇਰੀ ਦਿੱਖ ਜਿਹੜੀ ਹੈ ਉਹ ਗੂੜੇ ਰੰਗ ਵਾਲੀ ਹੈ। ਸੂਹਾ ਵੇਸ ਕਰੀ, ਤੇ ਮੇਰਾ ਜਿਹੜਾ ਵੇਸ ਹੈ, ਭਾਵ ਬਾਹਰੀ ਦਿੱਖ ਹੈ, ਇਹ ਵੀ ਗੂੜੇ ਰੰਗ ਵਾਲੀ ਹੈ। ਭਾਵ ਮੇਰੇ ਸਰੀਰ ਦੀ ਦਿੱਖ ਵੀ ਗੂੜੀ ਹੈ ਅਤੇ ਉਹਦੇ ਤੇ ਕੀਤਾ ਗਿਆ ਵੇਸ ਵੀ ਜਿਹੜਾ ਉਹ ਬੜਾ ਗੂੜਾ ਹੈ, ਭਾਵ ਖਿੱਚ ਪਾਉਣ ਵਾਲਾ ਹੈ। ਭਾਵ ਜੋ ਮੇਰਾ ਬਾਹਰੀ ਹੈ, ਭਾਵ ਉਹਦੇ 'ਚ ਮੇਰਾ ਘਰ ਆ ਗਿਆ, ਉਹਦੇ 'ਚ ਮੇਰੀ ਵਪਾਰਕ ਸਮਰੱਥਾ ਆ ਗਈ, ਧਨ ਦੌਲਤ ਸਮਰੱਥਾ ਆ ਗਈ, ਸਮਾਜਿਕ ਸਮਰੱਥਾ ਆ ਗਈ, ਰਾਜਨੀਤਿਕ ਸਮਰੱਥਾ ਆ ਗਈ। ਹਰ ਕਿਸੇ ਦੀ, ਹਰ ਪੱਖ ਦੀ ਗੱਲ ਗੁਰਦੇਵ ਕਰਦੇ ਨੇ। ਭਾਵ ਮੇਰੇ ਸਰੀਰ ਨਾਲ ਜੁੜੀਆਂ ਹੋਈਆਂ ਬਾਹਰ ਦੀਆਂ ਉਹ ਸਾਰੀਆਂ ਚੀਜ਼ਾਂ ਜੋ ਖਿੱਚ ਪਾਉਂਦੀਆਂ ਨੇ। ਗੁਰਦੇਵ ਕਹਿੰਦੇ ਮੇਰਾ ਜਿਹੜਾ ਬਾਹਰੀ ਪੱਖ ਹੈ ਉਹ ਵੀ ਖਿੱਚ ਵਾਲਾ ਹੈ, ਤੇ ਜਿਹੜਾ ਮੇਰਾ ਵੇਸ ਹੈ ਉਹ ਵੀ ਖਿੱਚ ਵਾਲਾ ਹੈ। ਦੋਵੇਂ ਚੀਜ਼ਾਂ ਖਿੱਚਦੀਆਂ ਨੇ, ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਚਾਹੇ ਉਹ ਰਾਜਨੀਤਿਕ ਤੌਰ ਤੇ ਹੋਵੇ, ਚਾਹੇ ਉਹ ਸਮਾਜਿਕ ਤੌਰ ਤੇ ਹੋਵੇ, ਚਾਹੇ ਉਹ ਧਾਰਮਿਕ ਤੌਰ ਤੇ ਹੋਵੇ, ਕਿਸੇ ਵੀ ਪੱਖ ਤੋਂ ਹੋਵੇ। ਭਾਵ ਮੇਰਾ ਬਾਹਰੀ ਪੱਖ ਜਿਹੜਾ ਹੈ ਉਹ ਬੜਾ ਖਿੱਚ ਵਾਲਾ ਹੈ। ਲੋਕਾ ਵੇ ਹੋਂ ਸੁਹਵੀ, ਸੁਹਾ ਵੇਸ ਕਰੀ।
ਮੇਰੀ ਸਰੀਰਕ ਦਿੱਖ ਵੀ ਖਿੱਚ ਵਾਲੀ ਹੈ ਤੇ ਸਰੀਰ ਤੇ ਕੀਤਾ ਗਿਆ ਵੇਸ ਜਿਹੜਾ ਹੈ, ਜਿਹਨੂੰ ਆਪਾਂ ਭੇਖ ਕਹਿੰਦੇ ਆ, ਇਹ ਵੀ ਦਿੱਖ ਵਾਲਾ ਹੈ। ਦੋਵੇਂ ਚੀਜ਼ਾਂ ਖਿੱਚ ਪਾਉਂਦੀਆਂ ਨੇ। ਪਰ ਗੁਰਦੇਵ ਕਹਿੰਦੇ ਵੇਸੀ ਸਹੋ ਨਾ ਪਾਈ ਐ। ਪਰ ਇਸ ਵੇਸ ਨਾਲ, ਚਾਹੇ ਉਹ ਸਰੀਰ ਦਾ ਹੈ ਤੇ ਚਾਹੇ ਸਰੀਰ ਦੇ ਉੱਪਰ ਪਾਇਆ ਹੋਇਆ ਹੈ, ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਵੇਸੀ ਸ਼ਾਹ ਨਾ ਪਾਇਆ, ਘਰ ਘਰ ਵੇਸ ਰਹੀ। ਤੇ ਮੈਂ ਅਨੇਕ ਤਰ੍ਹਾਂ ਦੇ ਵੇਸ, ਭਾਵ ਬਾਹਰੀ ਦਿੱਖ ਜਿਹੜੀ ਹੈ, ਉਹ ਕਰ ਕਰਕੇ ਰਹਿ ਗਈਆਂ, ਪਰ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਸੋ ਮੁੱਖ ਦੀ ਗੱਲ, ਨਿਚੋੜ ਇਹ ਹੈ, ਗੁਰਦੇਵ ਕਹਿੰਦੇ ਤੇਰੇ ਸਰੀਰ ਦੀ ਦਿੱਖ ਜਿੰਨੀ ਮਰਜ਼ੀ ਵਧੀਆ ਹੈ, ਇਹ ਵੀ ਉਹਦੀ ਪ੍ਰਾਪਤੀ ਦੇ ਲਈ ਮਨਜ਼ੂਰ ਨਹੀਂ। ਤੇ ਸਰੀਰ ਦੇ ਉੱਪਰ ਕੀਤਾ ਗਿਆ ਜਿਹੜਾ ਵੇਸ ਹੈ, ਜਿਹਨੂੰ ਅਸੀਂ ਪਹਿਰਾਵਾ ਕਹਿ ਲੈਂਦੇ ਹਾਂ, ਉਹ ਵੀ ਕਿੰਨਾ ਕੁ ਵਧੀਆ ਹੈ। ਕਹਿਣ ਲੱਗੇ ਇਹ ਵੀ ਉਹਦੇ ਰਸਤੇ ਦੇ ਵਿੱਚ ਪ੍ਰਵਾਨ ਨਹੀਂ। ਪਹਿਲਾਂ ਮੈਂ ਗੱਲ ਸਰੀਰ ਦੀ ਕਰਾਂਗਾ, ਫਿਰ ਸਰੀਰ ਦੇ ਉੱਪਰ ਪਾਏ ਹੋਏ ਭੇਖ ਦੀ ਵੇਸ ਦੀ ਕਰਾਂਗਾ। ਸਰੀਰ ਬਾਰੇ ਗੁਰਦੇਵ ਪਵਿੱਤਰ ਬਾਣੀ 'ਚ ਕਹਿੰਦੇ ਨੇ ਅਤ ਸੁੰਦਰ, ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ। ਇਹਦਾ ਸੰਬੰਧ ਸਾਡੇ ਸਰੀਰ ਦੇ ਨਾਲ ਹੈ। ਇੱਕ ਭੇਖ ਉਹ ਹੈ ਜਿਹੜਾ ਸਰੀਰ ਦੇ ਉੱਪਰ ਕੀਤਾ ਜਾਂਦਾ, ਜਿਹਨੂੰ ਅਸੀਂ ਵਸਤਰਾਂ ਦਾ ਕਹਿ ਸਕਦੇ ਹਾਂ, ਜਿਹਨੂੰ ਅਸੀਂ ਚਿੰਨ੍ਹਾਂ ਦਾ ਕਹਿ ਸਕਦੇ ਹਾਂ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਆਖਿਆ ਹੈ, ਗਲ ਮਾਲਾ ਤਿਲਕ ਲਿਲਾਟੰ। ਜਿਹੜੀ ਮਾਲਾ ਹੈ ਸਰੀਰ ਦੇ ਉੱਪਰ ਦਾ ਭੇਖ ਹੈ, ਚਤੁਰਪਨ ਸਰੀਰ ਦੇ ਅੰਦਰ ਦਾ ਭੇਖ ਹੈ। ਸੋ ਹੈ ਦੋਵੇਂ ਭੇਖ ਹੀ ਹਨ, ਥੋੜਾ ਜਿਹਾ ਮਾਮੂਲੀ ਜਿਹਾ ਫਰਕ ਹੈ ਦੋਵਾਂ ਦੇ ਵਿੱਚ। ਸਤਿਗੁਰ ਨੇ ਕਈ ਥਾਵਾਂ ਤੇ ਦੋਵਾਂ ਨੂੰ ਇੱਕੋ ਥਾਂ ਤੇ ਲਿਖਿਆ ਬਾਣੀ 'ਚ, ਤੇ ਕਈ ਥਾਵਾਂ ਤੇ ਦੋਵਾਂ ਨੂੰ ਅਲੱਗ-ਅਲੱਗ ਕਰਕੇ ਲਿਖਿਆ, ਪਰ ਦੋਵਾਂ ਦੀ ਗੁਰਦੇਵ ਨੇ ਇੱਕ ਬਿੰਦੂ ਤੇ ਆ ਕੇ ਨਿਖੇਧੀ ਕੀਤੀ ਹੈ। ਕਹਿਣ ਲੱਗੇ ਪ੍ਰਵਾਨ ਦੋਵੇਂ ਨਹੀਂ। ਸੋ ਪਹਿਲਾਂ ਮੈਂ ਸਰੀਰ ਦੇ ਵੇਸ ਦੀ ਗੱਲ ਕਰਾਂਗਾ, ਜਿਹਨੂੰ ਗੁਰਦੇਵ ਇੱਥੇ ਕਹਿੰਦੇ ਨੇ ਲੋਕਾ ਵੇ ਹੋਂ ਸੂਬਹੀ। ਮੇਰਾ ਜਿਹੜਾ ਸਰੀਰ ਹੈ ਉਹ ਬੜਾ ਸੂਹੇ ਵਾਲਾ, ਗੂੜੇ ਰੰਗ ਵਾਲਾ, ਖਿੱਚ ਪਾਉਣ ਵਾਲਾ। ਸਰੀਰ 'ਚ ਸੂਹਾਪਨ ਕੀ ਹੈ, ਉਹਨੂੰ ਗੁਰਦੇਵ ਨੇ ਕੁਝ ਇਸ ਢੰਗ ਨਾਲ ਦੱਸਿਆ ਕਿ ਸਰੀਰ ਦਾ ਸੂਹਾਪਨ ਇਹ ਹੈ, ਅਤ ਸੁੰਦਰ, ਮੈਂ ਅਤ ਦਾ ਸੁੰਦਰ, ਭਾਵ ਮੇਰੇ ਨੈਣ ਨਕਸ਼ ਬੜੇ ਵਧੀਆ ਨੇ, ਜੋ ਖਿੱਚ ਪਾਉਣ ਵਾਲੇ ਨੇ, ਜੋ ਕਿਸੇ ਨੂੰ ਆਕਰਸ਼ਿਤ ਕਰ ਰਹੇ ਨੇ। ਅਤ ਸੁੰਦਰ ਕੁਲੀਨ। ਕੁਲੀਨ ਦਾ ਭਾਵ ਹੈ ਮੈਂ ਚੰਗੀ ਕੁੱਲ ਵਿੱਚ ਪੈਦਾ ਹੋਇਆ, ਮੇਰਾ ਪਿਛੋਕੜ ਚੰਗਾ ਹੈ। ਅਤ ਸੁੰਦਰ ਕੁਲੀਨ, ਮੁਖ ਗਿਆਨੀ, ਭਾਵ ਮੂੰਹ ਦਾ ਮੈਂ ਬੜਾ ਗਿਆਨੀ ਆ, ਭਾਵ ਬੜਾ ਹਾਜ਼ਰ ਜਵਾਬ। ਕੋਈ ਵੀ ਨੁਕਤਾ ਹੋਏ, ਕੋਈ ਵੀ ਗੱਲ ਹੋਏ, ਮੇਰੇ ਕੋਲ ਉਸ ਦਾ ਕੋਈ ਨਾ ਕੋਈ ਜਵਾਬ ਜ਼ਰੂਰ ਹੈ, ਮੇਰੇ ਕੋਲ ਉਸ ਦਾ ਕੋਈ ਨਾ ਕੋਈ ਉੱਤਰ ਜ਼ਰੂਰ ਹੈ। ਗੁਰਦੇਵ ਕਹਿੰਦੇ ਅਤ ਸੁੰਦਰ ਕੁਲੀਨ, ਮੁਖ ਗਿਆਨੀ, ਧਨਵੰਤ। ਮੇਰੇ ਕੋਲ ਪੈਸੇ ਦੀ ਸਮਰੱਥਾ ਵੀ ਬੜੀ ਹੈ। ਇਹ ਚਾਰ ਚੀਜ਼ਾਂ ਗੁਰਦੇਵ ਨੇ ਸਾਡੇ ਸਰੀਰ ਨਾਲ ਜੋੜੀਆਂ ਨੇ। ਸਰੀਰ ਦਾ ਸੂਹਾਪਨ ਹੈ ਜਿਹੜਾ ਲੋਕਾਂ ਨੂੰ ਖਿੱਚਦਾ ਹੈ ਆਪਣੇ ਵੱਲ। ਤਾਂ ਫਿਰ ਸਮਝ ਲੈਣਾ ਅਤ ਸੁੰਦਰ, ਸੁੰਦਰਤਾ ਬੜੀ ਵਧੀਆ ਹੈ, ਭਾਵ ਨਕਸ਼, ਨੈਣ ਨਕਸ਼ ਬੜੇ ਵਧੀਆ ਨੇ। ਮੈਂ ਅੱਛੇ ਘਰਾਣੇ ਵਿੱਚ ਪੈਦਾ ਹੋਇਆ, ਇਹ ਗੱਲ ਖਿੱਚ ਪਾਉਂਦੀ ਹੈ। ਅਤ ਸੁੰਦਰ ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ। ਮੈਂ ਅਤ ਦਾ ਚਲਾਕ ਹਾਂ, ਮੂੰਹ ਦਾ ਬੜਾ ਹਾਜ਼ਰ ਜਵਾਬ ਹਾਂ, ਅਤੇ ਮੈਂ ਧਨਵੰਤ ਬੜਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਰੀਰ ਦੇ ਭੇਖ ਨਾਲ, ਸਰੀਰ ਦੇ ਵੇਸ ਨਾਲ ਜੁੜੀਆਂ। ਤੋ ਗੁਰਦੇਵ ਕਹਿੰਦੇ ਅਤ ਸੁੰਦਰ ਕੁਲੀਨ, ਚਤਰ, ਮੁਖ ਗਿਆਨੀ, ਧਨਵੰਤ। ਜੇ ਇਹ ਵੇਸ ਵੀ ਤੂੰ ਕੀਤਾ ਹੈ, ਪਰ ਇਸ ਵੇਸ ਨੂੰ ਵੀ ਗੁਰਦੇਵ ਨੇ ਆਖਿਆ ਮਿਰਤਕ ਕਹੀਐ ਨਾਨਕਾ। ਮਿਰਤਕ ਕਹੀਐ ਨਾਨਕਾ। ਪਰ ਇਹ ਸਮਝ ਲਾ ਇਉਂ ਹੈ, ਇਹ ਸਭ ਚੀਜ਼ਾਂ ਇਉਂ ਪ੍ਰਤੀਤ ਹੁੰਦੀਆਂ ਨੇ ਜਿਵੇਂ ਕਿਸੇ ਮਰੇ ਹੋਏ ਬੰਦੇ ਨੂੰ ਸ਼ਿੰਗਾਰ ਕੀਤਾ ਹੋਏ। ਜਿਵੇਂ ਮਰੇ ਹੋਏ ਬੰਦੇ ਨੂੰ ਸ਼ਿੰਗਾਰ ਕੀਤਾ ਹੋਏ ਤੇ ਉਹ ਕਿਸੇ ਲੇਖੇ 'ਚ ਨਹੀਂ, ਕਿਸੇ ਕੰਮ 'ਚ ਨਹੀਂ।
ਗੁਰਦੇਵ ਕਹਿੰਦੇ ਇਵੇਂ ਬੇਸ਼ੱਕ ਭਾਵੇਂ ਤੇਰੇ ਸਰੀਰ ਦੇ ਵਿੱਚ ਇਹ ਪੰਜ ਚੀਜ਼ਾਂ ਹਨ, ਤੂੰ ਅਤ ਦਾ ਸੁੰਦਰ ਹੈ, ਤੂੰ ਕੁਲੀਨ ਹੈ, ਤੂੰ ਚਲਾਕ ਹੈ, ਤੂੰ ਮੁੱਖ ਦਾ ਹਾਜ਼ਰ ਜਵਾਬ ਹੈ, ਤੂੰ ਧਨਵੰਤ ਹੈ, ਪਰ ਇਹ ਸਰੀਰ ਦਾ ਵੇਸ ਕਿਸੇ ਕੰਮ ਦਾ ਨਹੀਂ ਹੈ। ਮਿਰਤ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਭਾਵ ਤੇਰੀ ਸੁੰਦਰਤਾ ਦੇ ਪਿੱਛੇ ਜੇ ਰੱਬੀ ਪ੍ਰੀਤ ਨਹੀਂ ਤੇ ਇਹ ਸੁੰਦਰਤਾ ਕਿਸੇ ਕੰਮ ਦੀ ਨਹੀਂ। ਤੇਰੇ ਕੁਲੀਨਪਨ ਦੇ ਪਿੱਛੇ ਜੇ ਰੱਬ ਦੀ ਪ੍ਰੀਤ ਨਹੀਂ ਤਾਂ ਉਹ ਕੁਲੀਨਪਨ ਕਿਸੇ ਕੰਮ ਦਾ ਨਹੀਂ। ਤੇਰੀ ਚਲਾਕੀ ਦੇ ਪਿੱਛੇ, ਚਤੁਰਤਾ ਦੇ ਪਿੱਛੇ ਜੇ ਪ੍ਰੀਤ ਰੱਬ ਦੀ ਨਹੀਂ ਤਾਂ ਉਹ ਚਤੁਰਤਾ ਕਿਸੇ ਕੰਮ ਦੀ ਨਹੀਂ। ਤੇਰੇ ਮੁਖ ਦੇ ਗਿਆਨੀ ਹੋਣ ਦੇ ਪਿੱਛੇ ਜੇ ਰੱਬ ਦੀ ਪ੍ਰੀਤ ਨਹੀਂ ਤੇ ਉਹ ਪ੍ਰੀਤ ਉਹ ਮੁਖ ਦੀ ਗਿਆਨਤਾ ਕਿਸੇ ਕੰਮ ਦੀ ਨਹੀਂ। ਤੇ ਤੂੰ ਅਤ ਦਾ ਧਨਵੰਤ ਹੈ, ਪਰ ਜੇ ਉਹਦੇ ਪਿੱਛੇ ਰੱਬ ਦੀ ਪ੍ਰੀਤ ਨਹੀਂ ਤੇ ਕਿਸੇ ਕੰਮ ਦਾ। ਸੋ ਗੁਰਦੇਵ ਨੇ ਆਖਿਆ ਇਹ ਸਾਰੀਆਂ ਚੀਜ਼ਾਂ ਜੇ ਰੱਬੀ ਪ੍ਰੀਤ ਚੋਂ ਨਿਕਲੀਆਂ ਨੇ ਤੇ ਪ੍ਰਵਾਨ ਨੇ, ਜੇ ਰੱਬੀ ਪ੍ਰੀਤ ਚੋਂ ਨਹੀਂ ਨਿਕਲੀਆਂ ਤੇ ਇਹ ਵੇਸ ਕਿਸੇ ਕੰਮ ਦਾ ਨਹੀਂ। ਇਹਨੂੰ ਬਾਬਾ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਇਉਂ ਆਖਿਆ ਹੈ, ਚਤੁਰਾਈ ਨਾ ਚਤੁਰ ਭੁਜ ਪਾਈਐ। ਇਹਨੂੰ ਉਹਨਾਂ ਨੇ ਇਉਂ ਆਖਿਆ ਹੈ, ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਸੋ ਇਹ ਹੋ ਗਿਆ ਸਰੀਰ ਨਾਲ ਜੁੜੇ ਹੋਏ ਵੇਸ ਦੀ ਗੱਲ, ਜਿਹਨੂੰ ਇੱਥੇ ਗੁਰਦੇਵ ਨੇ ਆਖਿਆ ਲੋਕਾ ਵੇ ਹਉ ਸੂਬਹੀ। ਉਹਦੀ ਪ੍ਰਾਪਤੀ 'ਚ ਗੁਰਦੇਵ ਨੇ ਇਸ ਨੂੰ ਵੀ ਇੱਕ ਤਰੀਕੇ ਦੇ ਨਾਲ ਉਹ ਸਾਧਨ ਨਹੀਂ ਮੰਨਿਆ ਕਿ ਉਹਦੇ ਤੱਕ ਸਾਨੂੰ ਲੈ ਜਾਏਗਾ, ਜਿਹਦੇ ਪਿੱਛੇ ਪ੍ਰੀਤ ਭਾਵਨਾ ਨਹੀਂ। ਹੁਣ ਅਸੀਂ ਗੱਲ ਕਰਾਂਗੇ ਜਿਹੜਾ ਸਰੀਰ ਦੇ ਉੱਪਰ ਭੇਖ ਪਾਇਆ ਉਹਦੀ ਗੱਲ। ਬਾਣੀ ਵਿੱਚ ਸਰੀਰ ਦੇ ਉੱਪਰ ਪਾਏ ਹੋਏ ਭੇਖ ਨੂੰ ਬੜੀ ਜਗ੍ਹਾ ਤੇ ਲਿਖਿਆ ਹੈ, ਉਹਦਾ ਜ਼ਿਕਰ ਬੜੀ ਜਗ੍ਹਾ ਤੇ ਗੁਰਦੇਵ ਨੇ ਕੀਤਾ ਹੈ। ਬਹੁਤ ਸਾਰੀਆਂ ਉਦਾਹਰਨਾਂ ਵੀ ਉਹਦੇ ਪ੍ਰਥਾਏ ਬਾਣੀ ਦੇ ਵਿੱਚ ਹਨ। ਜਿਵੇਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ, ਆਸਾ ਕੀ ਵਾਰ ਵਿੱਚ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਉਦਾਹਰਨ ਦਿੱਤੀ ਹੈ ਰੁੱਖ ਦੀ। ਸਿਮਲ ਰੁੱਖ ਸਰਾਏ ਰਾ। ਸਿਮਲ ਦਾ ਰੁੱਖ ਹੈ, ਸਿਮਲ ਰੁੱਖ ਸਰਾਏ ਰਾ, ਅਤ ਦੀਰਘ ਅਤ ਉੱਚ। ਅਤ ਦੀਰਘ ਅਤ ਉੱਚ। ਉਹ ਬੜਾ ਲੰਬਾ ਹੈ, ਬੜਾ ਮੋਟਾ ਹੈ। ਭਾਵ ਬਾਹਰੋਂ ਵੇਖਣ ਨੂੰ ਉਹਦੀ ਦੇਖ ਕਿਉਂ ਲੱਗਦੀ ਹੈ ਕਿ ਇਹਦੇ ਵਰਗਾ ਤੇ ਹੋਰ ਕੋਈ ਰੁੱਖ ਹੋ ਹੀ ਨਹੀਂ ਸਕਦਾ। ਸਿਮਲ ਰੁੱਖ ਸਰਾਏ ਰਾ, ਅਤ ਦੀਰਘ ਅਤ ਮੁੱਚ। ਓਏ ਜੋ ਆਵੇਂ ਆਸ ਕਰ। ਉਹਦੀ ਇਸ ਬਾਰੀ ਦੇਖ ਨੂੰ ਵੇਖ ਕੇ ਕਿ ਰੁੱਖ ਬੜਾ ਉੱਚਾ ਹੈ, ਬੜਾ ਮੋਟਾ ਹੈ, ਇਹਦੀਆਂ ਟਾਹਣੀਆਂ ਜਿਹੜੀਆਂ ਹਨ ਉਹ ਬੜੀਆਂ ਵਧੀਆ, ਇਹਦੇ ਫੁੱਲ ਬੜੇ ਵਧੀਆ, ਇਹਦੇ ਫਲ ਵੀ ਵਧੀਆ ਹੋਣਗੇ। ਓਏ ਜੋ ਆਵੇਂ ਆਸ ਕਰ। ਪੰਛੀ ਉਹਦੇ ਤੇ ਬੜੀ ਆਸ ਕਰਕੇ ਆਉਂਦੇ ਨੇ, ਪਰ ਗੁਰਦੇਵ ਕਹਿੰਦੇ ਜਾਹੇ ਨਿਰਾਸੇ ਕਿਤ, ਪਰ ਉਹ ਨਿਰਾਸ਼ ਹੋ ਕੇ ਮੁੜਦੇ। ਉਹ ਜਿਸ ਆਸ ਨਾਲ ਆਏ ਸਨ ਉਹਦਾ ਭੇਖ ਦੇਖ ਕੇ, ਬਾਹਰੀ ਦੇਖ ਕੇ ਉਹ ਆਸ ਉਹਨਾਂ ਦੀ ਪੂਰੀ ਨਹੀਂ ਹੋਈ। ਆਸ ਕੀ ਸੀ? ਕਹਿਣ ਲੱਗੇ ਫਲ ਫਿੱਕੇ ਫੁੱਲ ਬਕ ਬਕੇ। ਕੁਝ ਪੰਛੀ ਐਸੇ ਸਨ ਜਿਹੜੇ ਫੁੱਲਾਂ ਕਰਕੇ ਆਏ ਸਨ, ਜਿਵੇਂ ਭੌਰੇ, ਮੱਖੀਆਂ, ਕਿ ਉਹਦੇ ਚੋਂ ਜਾ ਕੇ ਮਕਰੰਦ ਚੂਸਾਂਗੇ। ਪਰ ਭੌਰੇ ਤੇ ਮੱਖੀਆਂ ਜਦੋਂ ਫੁੱਲਾਂ ਤੇ ਬੈਠੇ ਤੇ ਵਿੱਚੋਂ ਬਕਬਕਾਪਨ ਸੀਗਾ, ਮਕਰੰਦ ਨਹੀਂ ਸੀ, ਉਹਨਾਂ ਨੂੰ ਵੀ ਉੱਡਣਾ ਪੈ ਗਿਆ। ਕੁਝ ਇਸ ਕਰਕੇ ਆਏ ਸਨ ਕਿ ਉਹਦੇ ਫਲ ਖਾਵਾਂਗੇ। ਜਦੋਂ ਫਲਾਂ ਨੂੰ ਠੂੰਗਾ ਮਾਰਿਆ ਤੇ ਉਹਦੇ ਵਿੱਚ ਵੀ ਮਿਠਾਸ ਨਹੀਂ ਸੀ। ਭਾਵ ਜਿਹੜੇ ਫੁੱਲਾਂ ਦੀ ਮਕਰੰਦ ਚੂਸਣ ਆਏ ਉਹ ਵੀ ਆਸ ਤੋਂ ਨਿਰਾਸੇ ਮੁੜ ਗਏ, ਕਿਉਂਕਿ ਬਕਬਕਾਪਨ ਹੈ। ਜਿਹੜੇ ਫਲਾਂ ਦੀ ਆਸ ਤੇ ਆਏ ਸਨ, ਫਲ ਖਾ ਕੇ ਆਵਾਂਗੇ, ਉਹ ਵੀ ਨਿਰਾਸ਼ ਹੋ ਕੇ ਮੁੜ ਗਏ। ਗੁਰਦੇਵ ਕਹਿੰਦੇ ਫਲ ਫਿੱਕੇ। ਫਲ ਜਿਹੜੇ ਨੇ ਫਿੱਕੇ ਨੇ, ਉਹਨਾਂ 'ਚ ਮਿਠਾਸ ਨਹੀਂ, ਖਾਣ ਯੋਗ ਨਹੀਂ। ਫੁੱਲ ਬਕਬਕੇ, ਫੁੱਲ ਵੀ ਬਕਬਕੇ ਨੇ, ਉਹਨਾਂ 'ਚ ਮਕਰੰਦ ਨਹੀਂ। ਫਲ ਫਿੱਕੇ ਫੁੱਲ ਬਕਬਕੇ, ਕਿਤੇ ਨਾ ਆਵੇ ਕੰਮ। ਉਹਨਾਂ ਦੇ ਕੰਮ ਨਹੀਂ, ਉਹਨਾਂ ਦੇ ਯੋਗ ਨੇ। ਹੁਣ ਇਹ ਉਦਾਹਰਨ ਗੁਰਦੇਵ ਸੱਚੇ ਪਾਤਸ਼ਾਹ ਨੇ ਸਿੱਧਮ ਸਿੱਧਾ ਭੇਖ ਨਾਲ ਜੋੜ ਕੇ ਕਹੀ ਹੈ। ਮਸਲਾ ਇੱਥੇ ਰੁੱਖ ਦਾ ਨਹੀਂ, ਮਸਲਾ ਸਾਡੀ ਜ਼ਿੰਦਗੀ ਦਾ ਹੈ ਕਿ ਕਈ ਵਾਰੀ ਬੰਦੇ ਬੜੀ ਆਸ ਨਾਲ ਕਿਸੇ ਬੰਦੇ ਦੇ ਕੋਲ ਜਾਂਦੇ ਨੇ,
ਪਰ ਉਸ ਬੰਦੇ ਦਾ ਵਿਵਹਾਰ ਉਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਦਾ ਵਿਵਹਾਰ ਸਿਮਲ ਦੇ ਰੁੱਖ ਦਾ ਹੈ। ਜਿਵੇਂ ਦਾ ਵਿਵਹਾਰ ਸਿਮਲ ਦੇ ਰੁੱਖ ਦਾ ਭੌਰਿਆਂ ਪੰਛੀਆਂ ਤੇ ਮੱਖੀਆਂ ਦੇ ਨਾਲ ਹੈ, ਉਸ ਤਰ੍ਹਾਂ ਦਾ ਹੁੰਦਾ ਹੈ। ਸੋ ਗੁਰਦੇਵ ਨੇ ਆਖਿਆ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੋ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਪਤ ਨਾ ਆਵੇਂ ਕੰਮ। ਗੁਰਦੇਵ ਕਹਿੰਦੇ ਉਹਦੇ ਪੱਤੇ ਵੀ ਜਿਹੜੇ ਹਨ ਉਹ ਕੰਮ ਨਹੀਂ ਆਉਂਦੇ। ਉਹਦੇ ਪੱਤੇ, ਉਹਦੇ ਭਾਵ ਜਿਹੜੇ ਪੱਤਰ ਨੇ ਉਹ ਵੀ ਕਿਸੇ ਦੇ ਕੰਮ ਨਹੀਂ ਆਏ, ਕਿਸੇ ਦੇ ਯੋਗ ਨਹੀਂ ਆਏ। ਇਸ ਤਰ੍ਹਾਂ ਦਾ ਉਹ ਰੁੱਖ ਹੈ। ਇੱਥੇ ਗੱਲ ਸਾਰੀ ਭੇਖ ਦੀ ਹੈ। ਮੈਂ ਇੱਕ ਉਦਾਹਰਨ ਬਾਣੀ ਚੋਂ ਹੋਰ ਦਵਾਂਗਾ ਇਸ ਪ੍ਰਥਾਏ ਬਾਹਰੀ ਭੇਖ ਬਾਰੇ। ਗੁਰਦੇਵ ਨੇ ਇੱਕ ਉਦਾਹਰਨ ਹੋਰ ਦਿੱਤੀ ਹੈ ਪਵਿੱਤਰ ਬਾਣੀ ਦੇ ਵਿੱਚ। ਗੁਰਦੇਵ ਕਹਿੰਦੇ ਨੇ, ਜਰਾ ਧਿਆਨ ਮਾਰ ਕੇ ਵੇਖ, ਤੈਨੂੰ ਇਸ ਕੁਦਰਤ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਮਿਲ ਜਾਣਗੀਆਂ ਜਿਨ੍ਹਾਂ ਦਾ ਬਾਹਰੀ ਦਿੱਖ ਵੇਖਣ ਨੂੰ ਕੁਝ ਹੋਰ ਹੈ, ਤੇ ਜਦੋਂ ਉਹਨਾਂ ਨੂੰ ਪੜਚੋਲ ਕੇ ਵੇਖੀਦਾ ਤੇ ਉਹਨਾਂ ਦੇ ਅੰਦਰੋਂ ਨਿਕਲਦਾ ਕੁਝ ਹੋਰ ਹੈ। ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਬਚਨ ਕਿਹਾ, ਉਜਲ ਕਹਿਹਾਂ ਚਿਲਕ ਨਾ। ਕਹਿਣ ਦੇ ਭਾਂਡੇ ਉਸ ਵਕਤ ਹਰ ਇੱਕ ਘਰ ਵਿੱਚ ਵਰਤੇ ਜਾਂਦੇ ਸਨ। ਪਹਿਲਾਂ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਸੀ। ਮਿੱਟੀ ਤੇ ਭਾਂਡਿਆਂ ਤੋਂ ਬਾਅਦ ਜਿਵੇਂ ਬੰਦੇ ਨੇ ਉਦਮ ਕਰਕੇ ਧਾਤਾਂ ਖੋਜੀਆਂ, ਉਹਨਾਂ ਧਾਤਾਂ ਦੇ ਵਿੱਚੋਂ ਕਹਿਣ ਦੇ ਭਾਂਡੇ ਘਰਾਂ 'ਚ ਆ ਗਏ। ਤੇ ਜੋ ਲੰਮਾ ਸਮਾਂ ਰਹੇ, ਉਹਨਾਂ ਭਾਂਡਿਆਂ ਨੂੰ, ਜਿੱਥੇ ਉਹ ਭਾਂਡੇ ਗੁਣਾਂ ਦੇ ਭੰਡਾਰ ਸਨ, ਉੱਥੇ ਉਹਨਾਂ 'ਚ ਇੱਕ ਅਵਗਣ ਵੀ ਸੀ। ਉਹ ਇਹ ਸੀ ਉਹਨਾਂ ਦੇ ਅੰਦਰ ਦੀ ਕਾਲਖ। ਗੁਰਦੇਵ ਨੇ ਉਸ ਨੂੰ ਬਾਣੀ 'ਚ ਉਦਾਹਰਨ ਬਣਾਇਆ। ਕਹਿਣ ਲੱਗੇ, ਵੇਖਣ ਨੂੰ ਕਹਿਣ ਦਾ ਭਾਂਡਾ ਕਿੰਨਾ ਸੋਨੇ ਵਰਗਾ ਚਮਕਦਾਰ ਹੈ। ਉਜਲ ਕਹਿਹਾਂ ਚਿਲਕਣਾ। ਚਿਲਕਣਾ ਦਾ ਮਤਲਬ ਹੁੰਦਾ ਹੈ ਜਦੋਂ ਸੂਰਜ ਦੇ ਅੱਗੇ ਭਾਂਡੇ ਨੂੰ ਕਰੀਦਾ ਤੇ ਉਹਦੀ ਦਿੱਖ ਜਿਹੜੀ ਹੈ ਜੋ ਵਾਪਸ ਸਾਡੇ ਵੱਲ ਪ੍ਰਕਾਸ਼ ਮਾਰਦੀ ਆ, ਉਹਨੂੰ ਕਹਿੰਦੇ ਨੇ ਚਿਲਕਣਾ, ਭਾਵ ਬੜਾ ਚਮਕਦਾ। ਕਹਿੰਦੇ ਕਹਿਣ ਦਾ ਭਾਂਡਾ ਵੇਖਣ ਨੂੰ ਬੜਾ ਚਮਕਦਾਰ ਹੈ, ਦਿੱਖ ਪਾਉਣ ਵਾਲਾ ਹੈ। ਪਰ ਕੀ ਹੋਇਆ ਕਿ ਇਸ ਵਕਤ ਉਹਦਾ ਸੱਚ ਲੋਕਾਂ ਦੇ ਸਾਹਮਣੇ ਉਗੜ ਗਿਆ ਜਦੋਂ ਉਸ ਭਾਂਡੇ ਨੂੰ ਠਕੋਰ ਲੱਗੀ। ਜਦੋਂ ਠਕੋਰ ਲੱਗੀ ਤਾਂ ਜਿਹੜੀ ਚੀਜ਼ ਚਮਕ ਰਹੀ ਸੀ ਉਹਦੇ ਥੱਲੇ ਕਾਲਖ ਸੀ, ਉਹਦੇ ਥੱਲੇ ਕਾਲਾਪਨ ਸੀਗਾ। ਗੁਰਦੇਵ ਨੇ ਆਖਿਆ, ਉਜਲ ਕਹਿਹਾਂ ਚਿਲਕਨਾ। ਘੋਟਮ, ਘੋਟਮ ਦਾ ਮਤਲਬ ਹੈ ਸੱਟ ਲਾਉਣੀ, ਥੋੜਾ ਜਿਹਾ ਘੋਟ ਲਾ ਦੇਣੀ, ਚੋਟ ਮਾਰ ਦੇਣੀ। ਕਹਿੰਦੇ ਥੋੜੀ ਜਿਹੀ ਉਸ ਭਾਂਡੇ ਨੂੰ ਚੋਟ ਲੱਗੀ, ਠਨਕਾਰ ਲੱਗੀ। ਕੀ ਹੋਇਆ? ਕਾਲੜੀ ਮਸ, ਕਾਲੀ ਮਸ। ਮਸ ਦਾ ਮਤਲਬ ਹੈ ਸਵਾਹ। ਮਸ ਦਾ ਅਰਥ ਵੈਸੇ ਸਿਆਹੀ ਵੀ ਹੈ, ਮਸ ਦਾ ਅਰਥ ਕਾਲਾਪਨ, ਸਵਾਹ ਵੀ ਹੈ। ਸੋ ਕਹਿੰਦੇ ਉਹਦੇ ਵਿੱਚੋਂ ਸਵਾਹ ਨਿਕਲ ਗਈ। ਉਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ। ਕਹਿੰਦੇ ਜਿਹੜਾ ਕਾਲਾਪਨ ਉਹਦੇ ਅੰਦਰ ਹੈ ਉਹਨੂੰ ਕਿਵੇਂ ਦੂਰ ਕੀਤਾ ਜਾ ਸਕੇ? ਉਹਦਾ ਬਾਹਰੀ ਦਿੱਖ ਤੇ ਬੜੀ ਵਧੀਆ ਹੈ, ਉਹਦਾ ਬਾਹਰੀ ਭੇਖ ਤੇ ਬੜਾ ਵਧੀਆ ਹੈ। ਹੁਣ ਇਸ ਬਚਨ ਨੂੰ ਗੁਰਦੇਵ ਨੇ ਬੰਦੇ ਦੇ ਨਾਲ ਜੋੜ ਕੇ, ਗੱਲ ਇੱਥੇ ਭਾਂਡਿਆਂ ਦੀ ਨਹੀਂ, ਗੱਲ ਸਾਡੀ ਚੱਲ ਰਹੀ ਹੈ ਕਿ ਬੰਦੇ ਵੇਖਣ ਨੂੰ ਕਈ ਵਾਰ ਬਾਹਰੋਂ ਕਹਿੰਦੇ ਭਾਂਡੇ ਵਰਗੇ ਚਮਕਦਾਰ ਲੱਗਦੇ ਨੇ, ਪਰ ਜਦੋਂ ਪਰਖ ਦੀ ਘੜੀ ਆਉਂਦੀ ਹੈ, ਜਦੋਂ ਕਿਤੇ ਉਹਨਾਂ ਨੂੰ ਪ੍ਰੀਖਿਆ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਤੇ ਮੜੀ ਜੀ ਠਕੋਰ ਲੱਗਦੀ ਹੈ, ਉਦੋਂ ਪਤਾ ਲੱਗਦਾ ਹੈ ਕਿ ਅੰਦਰੋਂ ਕਾਲਖ ਚਰ ਪੈਂਦੀ ਹੈ। ਜਿਹੜਾ ਬੰਦਾ ਬੜਾ ਤਤਵੇਤਾ ਲੱਗਦਾ ਹੈ, ਬੜਾ ਮਜ਼ਬੂਤ ਲੱਗਦਾ ਹੈ, ਤੇ ਉਹ ਮਹਿਸੂਸ ਹੁੰਦਾ ਹੈ ਕਿ ਇਹ ਬੰਦਾ ਬੜਾ ਦਲੇਰ ਹੈ, ਬੜਾ ਮਰਦ ਹੈ। ਤੇ ਜਦੋਂ ਪਰਖ ਦੀ ਘੜੀ ਚੋਂ ਨਿਕਲਦਾ ਹੈ ਤੇ ਉਹਦੇ ਪੱਲੇ ਉਹ ਕੁਝ ਵੀ ਨਹੀਂ ਹੁੰਦਾ ਜੋ ਉਹਦੀ ਦਿੱਖ ਹੁੰਦੀ ਹੈ, ਜੋ ਉਹਦਾ ਪਹਿਰਾਵਾ ਹੁੰਦਾ ਹੈ। ਇਸੇ ਨੂੰ ਗੁਰਦੇਵ ਨੇ ਆਖਿਆ ਇਹ ਸਰੀਰ ਦਾ ਇਹ ਬਾਹਰੀ ਭੇਖ ਹੈ, ਵੇਸ ਹੈ। ਸੋ ਬਾਣੀ ਵਿੱਚ ਹੋਰ ਬਹੁਤ ਸਾਰੀਆਂ ਉਦਾਹਰਨਾਂ ਇਸ ਪ੍ਰਥਾਏ ਅਸੀਂ ਵਰਤ ਸਕਦੇ। ਮੈਂ ਇੱਕ ਸਾਖੀ ਇਸ ਪ੍ਰਥਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸਮੇਂ-ਸਮੇਂ ਗੁਰਮਤ ਦੇ ਗੋਹਜ ਸਿਧਾਂਤਾਂ ਤੋਂ ਜਾਣੂ ਕਰਾਉਣ ਦੇ ਲਈ ਬਹੁਤ ਸਾਰੇ ਐਸੇ ਕੌਤਕ ਕੀਤੇ। ਉਹਨਾਂ ਵਾਸਤੇ ਲਫ਼ਜ਼ ਆਇਆ ਕੌਤਕ। ਕੌਤਕ ਦਾ ਭਾਵ ਹੈ ਉਹਨਾਂ ਨੇ ਕੁਝ ਐਸੀਆਂ ਪ੍ਰੀਖਿਆਵਾਂ ਪਾਈਆਂ ਜੋ ਸਿੱਖਾਂ ਨੂੰ ਸੁਰਤ ਕਰਕੇ ਚੇਤਨ ਕਰਦੀਆਂ ਸਨ, ਜਾਗਰਤ ਕਰਦੀਆਂ ਸਨ। ਇੱਕ ਵਾਰ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਲਾਗੇ ਇੱਕ ਪਿੰਡ ਦੇ ਅੰਦਰ
ਇੱਕ ਖੋਤੇ ਨੂੰ ਸ਼ੇਰ ਦੀ ਖਲ ਪਵਾ ਕੇ ਤੇ ਛੱਡ ਦਿੱਤਾ। ਜਦੋਂ ਪਿੰਡ ਦੇ ਬਾਹਰ ਉਹ ਖੋਤਾ ਫਿਰਨ ਲੱਗਾ ਤੇ ਪਿੰਡ ਵਾਲਿਆਂ ਦੇ ਵਿੱਚ ਸਹਿਮ ਤੇ ਡਰ ਪੈਦਾ ਹੋ ਗਿਆ ਕਿ ਸ਼ੇਰ ਆ ਗਿਆ। ਕੋਈ ਵੀ ਉਹਦੇ ਅੱਗੇ ਜਾਣ ਲਈ ਤਿਆਰ ਨਹੀਂ ਸੀ। ਸਾਰਿਆਂ ਦੇ ਅੰਦਰ ਡਰ, ਸਾਰਿਆਂ ਦੇ ਅੰਦਰ ਸਹਿਮ, ਸਾਰਿਆਂ ਦੇ ਅੰਦਰ ਇੱਕ ਤਰੀਕੇ ਦੇ ਨਾਲ ਨੀਵਾਂਪਨ ਛਾ ਗਿਆ। ਵਿੱਚੋਂ ਕਿਸੇ ਨੇ ਸਲਾਹ ਕੀਤੀ ਕਿ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਰਖਾਸਤ ਕਰੀਏ, ਉਹ ਹੀ ਇਸ ਦਾ ਨਿਬੇੜਾ ਕਰ ਸਕਦੇ ਹਨ ਜਾਂ ਉਹਨਾਂ ਦੇ ਸਿੱਖ ਹੀ ਇਸ ਦਾ ਨਿਬੇੜਾ ਕਰ ਸਕਦੇ ਹਨ। ਸੋ ਇਸ ਗੱਲ ਦੀ ਖਬਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਪਹੁੰਚੀ, ਉਹਨਾਂ ਨੇ ਚੰਦ ਸਿੱਖਾਂ ਨੂੰ ਉੱਥੇ ਭੇਜਿਆ। ਚੰਦ ਸਿੱਖਾਂ ਨੇ ਜਦੋਂ ਉਸ ਨੂੰ ਘੇਰਾ ਪਾਇਆ, ਬੜੀ ਆਸਾਨੀ ਦੇ ਨਾਲ ਫੜ ਲਿਆ। ਜਦੋਂ ਪਕੜ ਕੇ ਵੇਖਿਆ ਕਿ ਉੱਪਰ ਖਾਲੀ ਸ਼ੇਰ ਦੀ ਹੈ, ਅੰਦਰ ਤੇ ਉਹ ਖੋਤਾ ਹੈ, ਉਹ ਪਕੜ ਕੇ ਗੁਰੂ ਮਹਾਰਾਜ ਦੇ ਦਰਬਾਰ ਅੰਦਰ ਲੈ ਆਏ। ਦਰਬਾਰ ਅੰਦਰ ਲਿਆ ਕੇ ਭਰੀ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਘਟਨਾ ਤੋਂ ਸਾਰੇ ਸਿੱਖਾਂ ਨੂੰ ਤੇ ਉਸ ਪਿੰਡ ਵਾਸੀਆਂ ਨੂੰ ਇਹ ਅਕੀਦਾ ਦਿੱਤਾ ਕਿ ਭਾਈ ਅਸੀਂ ਇਸ ਤਰ੍ਹਾਂ ਦੇ ਨਹੀਂ ਬਣਨਾ। ਭਾਵ ਕਈ ਵਾਰ ਖੋਤਾ ਵੀ ਸ਼ੇਰ ਦਾ ਦੇਖ ਲੈ ਕੇ ਤੇ ਸਾਨੂੰ ਡਰਾ ਸਕਦਾ ਹੈ, ਪਰ ਉਹਦੇ ਅੰਦਰ ਉਹ ਡਰਾਉਣ ਵਾਲਾ ਗੁਣ ਨਹੀਂ ਹੁੰਦਾ। ਇਹ ਭੇਖ ਹੈ, ਇਹਨੂੰ ਸਮਝੋ। ਸੋ ਇਹ ਸਾਖੀ ਤੋਂ ਸਿੱਖਾਂ ਨੇ ਬਹੁਤ ਕੁਝ ਸਮਝਿਆ ਤੇ ਉਹਨਾਂ ਨੇ ਆਪਣੇ ਭੇਖ ਨੂੰ ਤਿਆਗਿਆ। ਸੋ ਖੈਰ, ਅੱਜ ਦੇ ਸ਼ਬਦ ਅੰਦਰ ਵੀ ਸਤਿਗੁਰੂ ਜੀ ਇਹੀ ਨੁਕਤਾ ਸਾਡੇ ਸਾਹਮਣੇ ਰੱਖ ਰਹੇ ਨੇ। ਇੱਕ ਭੇਖ ਉਹ ਹੈ, ਇੱਕ ਵੇਸ ਉਹ ਹੈ ਜੋ ਸਾਡੇ ਸਰੀਰ ਦੇ ਵਿੱਚ ਹੈ। ਇੱਕ ਉਹ ਹੈ ਜਿਹੜਾ ਅਸੀਂ ਬਾਹਰੀ ਧਾਰਨ ਕੀਤਾ ਹੈ। ਗੁਰਦੇਵ ਨੇ ਦੋਵਾਂ ਨੂੰ ਆਖਿਆ ਇਹ ਨਕਾਰਾਂ ਨੇ, ਇਹ ਕਿਸੇ ਕੰਮ ਦੇ ਨਹੀਂ। ਜਿਹੜਾ ਸਰੀਰ ਦੇ ਅੰਦਰ ਧਾਰਨ ਕੀਤਾ ਉਹਨੂੰ ਇਉਂ ਆਖਿਆ ਸੀਗਾ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤ ਕਹੀਐ ਨਾਨਕਾ ਪ੍ਰੀਤ ਨਹੀਂ ਭਗਵੰਤ। ਜਿਹੜਾ ਸਰੀਰ ਦੇ ਉੱਪਰ ਧਾਰਨ ਕੀਤਾ ਗੁਰਦੇਵ ਨੇ ਉਸ ਨੂੰ ਆਖਿਆ ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ। ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਪਤ ਨਾ ਆਵੇਂ ਕੰਮ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਾਂ ਉਹਨੂੰ ਗੁਰਦੇਵ ਨੇ ਆਖਿਆ ਉਜਲ ਕਹਿਹਾਂ ਚਿਲਕਨਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਇਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਸੋ ਇਹ ਦੋ ਵਿਚਾਰਾਂ ਗੁਰਦੇਵ ਨੇ ਪਵਿੱਤਰ ਬਾਣੀ 'ਚ ਜੋੜ ਦਿੱਤੀਆਂ। ਕਈ ਵਾਰ ਬੰਦੇ ਦੇ ਸਰੀਰ ਤੇ ਕਿਸੇ ਤਰ੍ਹਾਂ ਦਾ ਵੀ ਭੇਖ ਨਹੀਂ ਹੁੰਦਾ, ਪਰ ਫਿਰ ਵੀ ਉਹ ਭੇਖੀ ਹੁੰਦਾ ਹੈ। ਬਹੁਤ ਸਾਰੇ ਬੰਦੇ ਗੁਰੂ ਸਾਹਿਬ ਨੂੰ ਆਪਣੇ ਜੀਵਨ ਵਿੱਚ ਐਸੇ ਮਿਲੇ ਜਿਨ੍ਹਾਂ ਕੋਲ ਕੱਖ ਨਹੀਂ ਸੀ। ਜੋਗੀਆਂ ਕੋਲ ਕੀ ਸੀਗਾ? ਉਹਨਾਂ ਕੋਲ ਕੀ ਸੀ? ਉਹਨਾਂ ਕੋਲ ਕਿਹੜਾ ਘਰ-ਬਾਰ ਸੀਗਾ? ਪਰ ਬਾਣੀ ਦੇ ਵਿੱਚ ਗੁਰਦੇਵ ਨੇ ਜੋਗੀਆਂ ਨੂੰ ਵੀ ਆਖਿਆ, ਜੋਗੀਓ ਤੁਸੀਂ ਭੇਖੀ ਹੋ। ਸਮਝੋ ਇਸ ਨੁਕਤੇ ਨੂੰ। ਕਈ ਵਾਰੀ ਅਸੀਂ ਤਨ ਤੇ ਕੁਝ ਵੀ ਨਹੀਂ ਪਾਇਆ ਹੁੰਦਾ, ਕੁਝ ਵੀ ਐਸਾ ਨਹੀਂ ਹੁੰਦਾ, ਪਰ ਫੇਰ ਵੀ ਸਾਡੇ ਤਨ ਦੇ ਉੱਪਰ ਕੋਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਇਹ ਝਲਕਾਰਾ ਪਾਉਂਦੀਆਂ ਨੇ ਅਸੀਂ ਭੇਖੀ ਹਾਂ, ਅਸੀਂ ਭੇਖ ਕਰ ਰਹੇ ਹਾਂ। ਜੋਗੀਆਂ ਕੋਲ ਕੀ ਸੀਗਾ? ਪਿੰਡੇ ਤੇ ਸਵਾਹ ਸੀ, ਕੰਨਾਂ 'ਚ ਮੁੰਦਰਾਂ ਸਨ, ਗਲ 'ਚ ਝੋਲੀ ਸੀਗੀ, ਇੱਕ ਖਿੰਥਾ ਸੀਗੀ, ਹੱਥ 'ਚ ਇੱਕ ਕਮੰਡਲ ਸੀਗਾ, ਇੱਕ ਸੋਟਾ ਸੀਗਾ। ਆਹ ਚੀਜ਼ਾਂ ਜੋਗੀਆਂ ਕੋਲ ਸੀਗੀਆਂ। ਪਰ ਗੁਰਦੇਵ ਸੱਚੇ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਨੂੰ ਵੀ ਆਖਿਆ ਇਹ ਤੁਹਾਡਾ ਭੇਖ ਹੈ, ਇਹਨੂੰ ਛੱਡੋ। ਬਾਣੀ 'ਚ ਕਿੰਨੇ ਥਾਵਾਂ ਤੇ ਰਾਮਕਲੀ ਰਾਗ ਪੜੋ, ਜਗ੍ਹਾ ਜਗ੍ਹਾ ਤੇ ਗੁਰਦੇਵ ਕਹਿੰਦੇ ਸਵਾਹ ਨੂੰ ਛੱਡ, ਇਹ ਭੇਖ ਹੀ। ਜਗ੍ਹਾ ਜਗ੍ਹਾ ਤੇ ਕਹਿੰਦੇ ਜਿਹੜਾ ਹੱਥ 'ਚ ਕਮੰਡਲ ਫੜਿਆ ਇਹਨੂੰ ਵਗਾ ਕੇ ਮਾਰ। ਜਗ੍ਹਾ ਜਗ੍ਹਾ ਤੇ ਕਹਿੰਦੇ ਜਿਹੜੀ ਇਹ ਝੋਲੀ ਤੇ ਖਿੰਥਾ ਪਾਈ ਇਹਨੂੰ ਲਾ ਕੇ ਪੁਆ ਕੇ ਸੁੱਟ। ਕਿਉਂ ਕਹਿੰਦੇ? ਕਿਉਂਕਿ ਗੁਰਦੇਵ ਨੂੰ ਇਸ ਨਾਚੀਜ਼ ਚੀਜ਼ਾਂ ਦੇ ਵਿੱਚੋਂ ਵੀ ਉਹ ਨਜ਼ਰ ਆ ਰਿਹਾ ਕਿ ਇਹਦਾ ਭੇਖ ਹੈ, ਇਹਦਾ ਭੇਖ ਹੈ। ਇਸੇ ਕਰਕੇ ਜੋਗੀ ਜਿਹੜੇ ਹਨ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਇੱਕ ਉਲਾਮਾ ਦਿੰਦੇ ਨੇ। ਜਦੋਂ ਪਹਿਲੀ ਵਾਰ ਸਤਿਗੁਰੂ ਜੀ ਉਹਨਾਂ ਨੂੰ ਮਿਲਦੇ ਹਨ ਸ਼ਮੇਰ ਪਰਬਤ ਤੇ ਉਹਨਾਂ ਨੇ ਉਵੇਂ ਦਾ ਹੀ ਪਹਿਰਾਵਾ ਪਾਇਆ ਸੀਗਾ ਜਿਵੇਂ ਦੇ ਉਸ ਵਕਤ ਧਾਰਮਿਕ ਬੰਦੇ ਪਾਉਂਦੇ ਹਨ, ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ
ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਬੇ ਭੇਖ ਬਣਾਇਆ, ਉਹ ਦਾਸੀ ਕੀ ਰੀਤ ਚਲਾਈ। ਪਰ ਜਦੋਂ ਉਹ ਗੁਰੂ ਨਾਨਕ ਸਾਹਿਬ ਨੂੰ ਬਾਅਦਾਂ 'ਚ ਮਿਲਦੇ ਨੇ, ਕਰਤਾਰਪੁਰ ਆ ਕੇ ਮਿਲਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਨਗਰ 'ਚ ਬੈਠ ਜਾਂਦੇ ਨੇ ਤੇ ਉੱਥੇ ਆ ਕੇ ਮਿਲਦੇ ਨੇ, ਉਹਨਾਂ ਵੇਖਿਆ ਕਿ ਨਾ ਗੁਰੂ ਨਾਨਕ ਕੋਲ ਹੁਣ ਉਹ ਕਮੰਡਲ ਹੈ, ਨਾ ਉਹ ਸਾਰਾ ਕੁਝ ਹੈ, ਇਹਨੇ ਤੇ ਉਹ ਸਾਰਾ ਕੁਝ ਤਿਆਗ ਦਿੱਤਾ। ਤੇ ਉਹ ਗੁਰੂ ਨਾਨਕ ਸਾਹਿਬ ਨੂੰ ਉਲਾਮਾ ਦਿੰਦੇ ਨੇ। ਉਲਾਮਾ ਕੀ ਦਿੰਦੇ ਨੇ? ਕਹਿੰਦੇ ਨੇ, ਗੁਰੂ ਨਾਨਕ ਤੂੰ ਤੇ ਇਹ ਕੰਮ ਕਰ ਦਿੱਤਾ ਜਿਵੇਂ ਕਿਤੇ ਸਿਆਣੀ ਸਵਾਣੀ ਨੇ ਘਰ 'ਚ ਦੁੱਧ ਦਾ ਚਾਟਾ ਰੱਖਿਆ ਹੋਵੇ ਤੇ ਉਹਦੇ 'ਚ ਰੰਚਕ ਮੱਤ ਕਾਂਜੀ ਪਾ ਦਿੱਤੀ ਹੋਵੇ। ਭਾਵ ਜਿਹੜੀ ਸਵਾਣੀ ਨੇ ਘਰ 'ਚ ਦੁੱਧ ਸੰਭਾਲਣਾ ਸੀਗਾ, ਜੇ ਉਹੀ ਕਾਂਜੀ ਪਾ ਦੇ ਤੇ ਕੀ ਹੋਏਗਾ? ਦੁੱਧ ਦਾ ਚਾਟਾ ਕੀ ਹੈ? ਫੁੱਟ ਜਾਏਗਾ। ਨਾ ਉਹਦਾ ਦੁੱਧ, ਨਾ ਉਹਦਾ ਦਹੀਂ ਬਣੇਗਾ, ਨਾ ਉਹਦਾ ਮੱਖਣ ਬਣੇਗਾ, ਕੁਝ ਵੀ ਨਹੀਂ ਬਣੇਗਾ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਆਖਿਆ ਕਿ ਜਿਵੇਂ ਸਿਆਣੀ ਸਵਾਣੀ ਆਪਣੇ ਹੱਥੀਂ ਦੁੱਧ ਦੇ ਭਰੇ ਚਾਟੇ ਵਿੱਚ ਕਾਂਜੀ ਪਾ ਦਵੇ ਤੇ ਘਰ ਵਾਲੇ ਆਖਦੇ ਨੇ ਤੂੰ ਕਮਲੀ ਹੋ ਗਈ ਐ, ਰੋਜ਼ ਤੇ ਦੁੱਧ ਸੰਭਾਲਦੀ ਸੈ, ਅੱਜ ਭਰਿਆ ਚਾਟਾ ਖਰਾਬ ਕਰ ਦਿੱਤਾ ਹੈ। ਭਾਵ ਉਹ ਗੁਰੂ ਨਾਨਕ ਸਾਹਿਬ ਨੂੰ ਆਖਦੇ ਤੁਸੀਂ ਇੰਨੇ ਸਿਆਣੇ ਹੋ ਤੇ ਭੇਖ ਤੇ ਆ ਕੇ ਤੁਸੀਂ ਉਹ ਕੰਮ ਕੀਤਾ ਜਿਵੇਂ ਸਿਆਣੀ ਸਵਾਣੀ ਜਿਹੜੀ ਰੋਜ਼ ਦੁੱਧ ਸੰਭਾਲਣ ਵਾਲੀ ਉਹਨੇ ਕੰਮ ਕੀਤਾ। ਤੁਸੀਂ ਸਿਆਣੇ ਹੋ ਕੇ ਵੀ ਕਮਲਿਆਂ ਵਾਲੀਆਂ ਗੱਲਾਂ ਕਰ ਲੀਆਂ, ਤੁਸੀਂ ਭੇਖ ਕਿਉਂ ਤਿਆਗ ਦਿੱਤਾ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਆਖਿਆ, ਤੇਰੀ ਮਾਂ ਕੁਚੱਜੀ ਜਾਤੀ, ਤੁਹਾਨੂੰ ਪਤਾ ਹੀ ਨਹੀਂ ਇਸ ਭੇਖ ਦੀ ਅਸਲ ਵਿਚਾਰ ਦਾ, ਤੁਹਾਨੂੰ ਪਤਾ ਹੀ ਨਹੀਂ, ਤੁਹਾਡੀ ਮਾਂ ਕੁਚੱਜੀ ਹੈ। ਭਾਵ ਜਿਸ ਵਿਚਾਰ ਨੂੰ ਤੁਸੀਂ ਲੈ ਕੇ ਚੱਲ ਰਹੇ ਹੋ ਵਿਚਾਰ ਚੰਗੀ ਨਹੀਂ। ਭਾਂਡਾ ਧੋਏ ਨਾ ਜਾਤੇ ਹੋਣ, ਤੁਹਾਨੂੰ ਭਾਂਡਾ ਕਿਵੇਂ ਧੋਣਾ ਹੈ, ਭਾਵ ਇਸ ਭੇਖ ਨੂੰ ਕਿਵੇਂ ਧਾਰਨ ਕਰਨਾ ਹੈ, ਕਿਵੇਂ ਨਹੀਂ ਧਾਰਨ ਕਰਨਾ, ਤੁਹਾਨੂੰ ਪਤਾ ਨਹੀਂ। ਖੈਰ, ਜਿਹੜਾ ਨੁਕਤਾ ਮੈਂ ਸਾਂਝਾ ਕਰ ਰਿਹਾ ਸੀ, ਕਈ ਵਾਰੀ ਐਸਾ ਹੁੰਦਾ ਹੈ ਅਸੀਂ ਇਹ ਵੀ ਕਹਿੰਦੇ ਆ ਕਿ ਮੈਂ ਕਿਹੜਾ ਕੋਈ ਭੇਖ ਪਾਇਆ, ਨਾ ਮੈਂ ਤਿਲਕ ਲਾਇਆ, ਨਾ ਕੋਈ ਮੈਂ ਧਾਰਮਿਕ ਪਹਿਰਾਵਾ ਪਾਇਆ, ਮੈਂ ਤੇ ਜੋ ਸੰਸਾਰੀ ਕੱਪੜੇ ਨੇ ਉਹੀ ਪਾਏ ਨੇ, ਕੋਟ ਪੈਂਟ ਪਾਇਆ, ਮੈਂ ਕੋਈ ਧਾਰਮਿਕ ਬੰਦਾ ਥੋੜਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕੋਟ ਪੈਂਟ ਵਾਲਾ ਭੇਖੀ ਨਹੀਂ ਹੋ ਸਕਦਾ। ਬਾਣੀ ਇਹ ਗੱਲ ਨਹੀਂ ਕਹਿੰਦੀ। ਮੈਂ ਫੇਰ ਇਹ ਉਦਾਹਰਨ ਦੇ ਰਿਹਾ, ਜੋਗੀਆਂ ਕੋਲ ਕੀ ਸੀਗਾ, ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਤੁਸੀਂ ਭੇਖੀ ਹੋ। ਗੁਰੂ ਨਾਨਕ ਸਾਹਿਬ ਦੀ ਨਿਗਾਹ ਵਿੱਚ ਇੱਕ ਜੋਗੀ ਜਿਹਦੇ ਕੋਲ ਕੱਖ ਨਹੀਂ ਤੇ ਇੱਕ ਪੰਡਤ, ਦੋਵਾਂ ਨੂੰ ਉਹਨਾਂ ਨੇ ਭੇਖੀ ਆਖਿਆ। ਪੰਡਤ ਜਿਹਦੇ ਕੋਲ ਸਭ ਚੀਜ਼ਾਂ ਨੇ ਉਹਨੂੰ ਵੀ ਆਖਿਆ ਤੂੰ ਭੇਖੀ ਹੈ। ਇੱਕ ਜੋਗੀ ਜਿਹਦੇ ਕੋਲ ਕੱਖ ਵੀ ਨਹੀਂ, ਜਿਹਨੇ ਪਿੰਡੇ ਤੇ ਸਵਾਹ ਮਲੀ ਹੋਈ ਹੈ, ਉਹਦੀ ਸਵਾਹ ਵੀ ਗੁਰੂ ਨਾਨਕ ਨੂੰ ਇਉਂ ਨਜ਼ਰ ਆਈ ਜਿਵੇਂ ਇਹਨੇ ਭੇਖ ਕੀਤਾ ਹੈ। ਇਹਦਾ ਮਤਲਬ ਇਹ ਇੱਕ ਬੜੀ ਬਾਰੀਕ ਚੀਜ਼ ਹੈ। ਪਰ ਇਹਨਾਂ ਦੋਵਾਂ ਤਰ੍ਹਾਂ ਦੇ ਵੇਸਾਂ ਨਾਲ ਪ੍ਰਭੂ ਨਹੀਂ ਮਿਲਦਾ। ਮੈਂ ਤਨ ਤੇ ਕੁਛ ਪਾਇਆ ਜਾਂ ਨਹੀਂ ਪਾਇਆ, ਇਹ ਦੋ ਤਰ੍ਹਾਂ ਦੇ ਵੇਸ ਨੇ, ਇੱਕ ਤਨ ਦੇ ਅੰਦਰ ਹੈ, ਇੱਕ ਤਨ ਦੇ ਬਾਹਰ ਹੈ। ਕਹਿਣ ਲੱਗੇ ਇਹਨਾਂ ਦੋਵਾਂ ਵੇਸਾਂ ਦੇ ਨਾਲ ਪ੍ਰਭੂ ਨਹੀਂ ਮਿਲਦਾ। ਨਾਨਕ ਤਿਨੀ ਸ਼ਹਿ ਪਾਇਆ, ਗੁਰੂ ਅਮਰਦਾਸ ਕਹਿੰਦੇ ਉਹਨਾਂ ਨੇ ਹੀ ਪ੍ਰਭੂ ਨੂੰ ਪਾਇਆ। ਸ਼ਾਹ ਦਾ ਮਤਲਬ ਹੈ ਪ੍ਰਭੂ ਨੂੰ ਪਾਇਆ। ਜਿਨੀ ਗੁਰ ਕੀ ਸਿੱਖ ਸੁਣੀ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਤੇ ਸੁਣ ਕੇ ਆਪਣੇ ਅੰਦਰ ਜਜ਼ਬ ਕੀਤਾ ਹੈ, ਆਪਣੀ ਸੁਰਤ ਵਿੱਚ ਉਸ ਚੀਜ਼ ਨੂੰ ਵਸਾਇਆ, ਕਹਿੰਦੇ ਉਹਨਾਂ ਨੇ ਇਹਨਾਂ ਦੋਵਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਉੱਚਾ ਚੁੱਕ ਲਿਆ। ਕਿਹਦੇ ਤੋਂ? ਤਨ ਦੇ ਭੇਖ ਤੋਂ ਤੇ ਤਨ ਦੇ ਅੰਦਰ ਦੇ ਭੇਖ ਤੋਂ ਆਪਣੇ ਆਪ ਨੂੰ ਉੱਚਾ ਚੁੱਕ ਗਏ। ਫਿਰ ਸਮਝੋ, ਹੁਣ ਤੀਜੀ ਗੱਲ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਸਲ 'ਚ ਉਹ ਪ੍ਰਵਾਨ ਹੈ ਜਿਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਆਪਣੇ ਆਪ ਨੂੰ ਦੁਨਿਆਵੀ ਭੇਖਾਂ ਤੋਂ, ਭਾਵੇਂ ਉਹ ਤਨ ਦੇ ਅੰਦਰ ਹੈ ਤੇ ਭਾਵੇਂ ਉਹ ਤਨ ਦੇ ਬਾਹਰ ਹੈ, ਉੱਪਰ ਚੁੱਕ ਲਿਆ ਹੈ, ਆਪਣੇ ਆਪ ਨੂੰ ਉੱਚਾ ਉਠਾ ਲਿਆ ਹੈ
ਕਹਿਣ ਲੱਗੇ ਅਸਲ 'ਚ ਉਹ ਬੰਦਾ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੈ ਜਿਸ ਨੇ ਕਿਸੇ ਤਰ੍ਹਾਂ ਦੇ ਭੇਖ ਭਾਵ ਜਿਹੜਾ ਤਨ ਤੇ ਪਾਇਆ ਤੇ ਤਨ ਦੇ ਅੰਦਰ ਪਾਇਆ। ਮੈਂ ਵਾਰ-ਵਾਰ ਇਹ ਗੱਲ ਜ਼ਿਕਰ ਕਰ ਰਿਹਾ ਕਿ ਤਨ ਦੇ ਅੰਦਰ ਵੀ ਇੱਕ ਭੇਖ ਹੈ। ਮੈਂ ਇਹਦੀ ਇੱਕ ਛੋਟੀ ਜਿਹੀ ਮਿਸਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਅੰਦਰੋਂ ਦੇ ਕੇ ਅੱਗੇ ਵਧਾਂਗਾ। ਸਮਝੀਏ ਇਸ ਗੱਲ। ਅਸੀਂ ਹੋ ਸਕਦਾ ਇਸ ਭਰਮ 'ਚ ਜੀ ਰਹੀ ਹੋਏ ਕਿ ਮੈਂ ਕਿਹੜਾ ਤਨ ਤੇ ਕੋਈ ਭੇਖ ਪਾਇਆ, ਮੈਂ ਤੇ ਪੈਂਟ ਕੋਟ ਵਾਲਾ ਵਾਂ, ਮੈਂ ਤੇ ਸੰਸਾਰੀ ਕੱਪੜਿਆਂ ਵਾਲਾ। ਸਤਿਗੁਰੂ ਕਹਿੰਦੇ ਨਹੀਂ, ਹੋ ਸਕਦਾ ਹੈ ਤੇਰੇ ਤਨ ਦੇ ਅੰਦਰ ਵੀ ਕੋਈ ਭੇਖ ਹੋਵੇ। ਉਹ ਭੇਖ ਕਾਹਦਾ ਹੈ? ਜਿਹੜਾ ਅੱਗੇ ਮੈਂ ਜ਼ਿਕਰ ਕੀਤਾ ਉਹਦੀ ਮੈਂ ਬਾਣੀ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦੇ ਬਚਨਾਂ ਵਿੱਚੋਂ ਇੱਕ ਉਦਾਹਰਨ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਾਂਗਾ। ਗੱਲ ਜਿਹੜੀ ਹੈ ਉਹ ਸਪਸ਼ਟ ਹੋ ਜਾਏ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ। ਕਹਿਣ ਲੱਗੇ ਤੂੰ ਕੁਛ ਵੀ ਭੇਖ ਨਹੀਂ ਪਾਇਆ, ਕੋਈ ਗੱਲ ਨਹੀਂ, ਤੂੰ ਪੈਂਟ ਕੋਟ ਵੀ ਪਾਇਆ, ਕੋਈ ਗੱਲ ਨਹੀਂ, ਪਰ ਜੇ ਤੇਰੇ ਪੈਂਟ ਕੋਟ ਪਾ ਕੇ ਵੀ ਤੇਰੇ ਮਨ 'ਚ ਹੋਰ ਤੇ ਮੁਖ 'ਚ ਹੋਰ ਹੈ ਨਾ, ਤੂੰ ਕੱਚਾ ਹੈ, ਤੂੰ ਭੇਖੀ ਹੈ। ਇੱਥੇ ਕੱਚੇ ਦਾ ਭਾਵ ਹੈ ਭੇਖੀ। ਤੂੰ ਕੱਚਾ ਹੈ, ਤੂੰ ਪੱਕਾ ਨਹੀਂ। ਇਸ ਭਰਮ ਨੂੰ ਕੱਢ ਦੇ, ਇਸ ਨੂੰ ਅੰਦਰੋਂ ਤਿਲਾਂਜਲੀ ਦੇ ਦੇ ਕਿ ਮੈਂ ਕਿਹੜਾ ਧਾਰਮਿਕ ਬੰਦਾ ਹੈ। ਨਹੀਂ। ਸੋ ਇੱਕ ਬੜੀ ਮਹੀਨ ਗੱਲ ਹੈ ਜਿਹੜੀ ਬੰਦਿਆਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀ। ਸੋ ਗੁਰਦੇਵ ਕਹਿੰਦੇ ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ, ਜਿਨ ਨਾਮ ਤੇ ਭੋਏ ਭਾਰ ਥੀਏ। ਗੁਰਦੇਵ ਕਹਿੰਦੇ ਇਹੋ ਜਿਹੇ ਬੰਦੇ ਧਰਤੀ ਤੇ ਭਾਰ ਨੇ। ਭੋਏ ਦਾ ਭਾਵ ਹੈ ਭਾਰ ਨੇ। ਉਹਨਾਂ ਨੇ ਅੱਗੇ ਜ਼ਿਕਰ ਕੀਤਾ, ਕਹਿੰਦੇ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣਿੰਦੀ ਮਾਓ ਆਏ ਸਫਲ ਸੇ। ਜਿਨ੍ਹਾਂ ਨੇ ਦਿਲੋਂ ਮੁਹੱਬਤ ਕੀਤੀ ਹੈ, ਕਹਿਣ ਲੱਗੇ ਉਹ ਆਪ ਤੇ ਧਨ ਹੈ ਨਾ, ਉਹਨਾਂ ਦੀਆਂ ਮਾਵਾਂ ਵੀ ਧਨ ਹਨ, ਉਹਨਾਂ ਨੂੰ ਜਨਮ ਦੇਣ ਵਾਲੀਆਂ ਵੀ ਧਨ ਹਨ। ਗੁਰਦੇਵ ਇੱਥੋਂ ਤੱਕ ਚਲੇ ਗਏ। ਇੱਥੋਂ ਤੱਕ ਉਹਨਾਂ ਨੇ ਇਹੋ ਜਿਹੇ ਬੰਦੇ ਨੂੰ ਜਿਹੜਾ ਦਿਲੋਂ ਮੁਹੱਬਤ ਕਰਦਾ ਹੈ ਸਤਿਕਾਰ ਦਿੱਤਾ, ਮਾਣ ਦਿੱਤਾ। ਆਪਣੀ ਬਾਣੀ ਦੇ ਵਿੱਚ ਉਹਦੀ ਵਡਿਆਈ ਨੂੰ ਜ਼ਿਕਰ ਕੀਤਾ, ਜਿਹਨੂੰ ਬਾਣੀ 'ਚ ਇਉਂ ਵੀ ਆਖਿਆ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਆਖਿਆ ਕਿ ਉਹ ਜਿਹੜੇ ਸਚਿਆਰ ਨੇ ਨਾ, ਉਹਨਾਂ ਨੂੰ ਕਿਸੇ ਭੇਖ ਦੀ ਲੋੜ ਨਹੀਂ, ਉਹ ਹਮੇਸ਼ਾ ਗੁਰੂ ਦੇ ਕੋਲ ਬੈਠੇ ਨੇ। ਉਹ ਜੰਗ ਮੈਦਾਨ 'ਚ ਹੋਣ ਜਾਂ ਉਹ ਸੇਵਾ ਦੇ ਖੇਤਰ 'ਚ ਹੋਣ, ਕਿਤੇ ਵੀ ਹੋਣ। ਮੈਂ ਇੱਕ ਉਦਾਹਰਨ, ਇੱਕ ਇਤਿਹਾਸਕਾਰ ਹੋਇਆ ਜਿਹਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹਨ। ਮੁਨਸਨ ਫਾਨੀ ਉਹਦਾ ਨਾਮ ਹੈ। ਉਹਨੇ ਕਿਤਾਬ ਲਿਖੀ ਹੈ ਦਾਬਸਤਾਨੇ ਮਜ਼ਾਹਬ। ਉਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਜੰਗਾਂ ਦਾ ਕੁਝ ਹਾਲ ਲਿਖਿਆ, ਉਹਦੇ ਚੋਂ ਦੇ ਕੇ ਅੱਗੇ ਵਧਾਂਗਾ। ਉਹ ਕਹਿੰਦਾ ਜਦੋਂ ਮੈਂ ਸਿੱਖਾਂ ਨੂੰ ਮੈਦਾਨੇ ਜੰਗ ਵਿੱਚ ਲੜਦੇ ਵੇਖਦਾ ਹਾਂ, ਇਹ ਜਿਵੇਂ ਲੰਗਰ ਵਿੱਚ ਸੇਵਾ ਕਰਦੇ ਨੇ ਜਾਂ ਆਮ ਜ਼ਿੰਦਗੀ ਦੇ ਵਿੱਚ ਜਿਵੇਂ ਅਸੂਲਾਂ ਦੇ ਪੱਕੇ ਹਨ, ਇਹ ਮੈਦਾਨੇ ਜੰਗ ਵਿੱਚ ਵੀ ਓਨੇ ਹੀ ਅਸੂਲਾਂ ਦੇ ਪੱਕੇ ਹਨ। ਐਸਾ ਨਹੀਂ ਕਿ ਇਹ ਅਸੂਲ ਉੱਥੇ ਲੜਦਿਆਂ ਲੜਦਿਆਂ ਭੁੱਲ ਜਾਂਦੇ ਨੇ, ਉੱਥੇ ਲੜਦਿਆਂ ਲੜਦਿਆਂ ਜੋਸ਼ ਵਿੱਚ, ਗੁੱਸੇ ਦੇ ਵਿੱਚ ਇਹ ਆਪਣੇ ਅਸੂਲਾਂ ਨੂੰ ਤਿਆਗ ਦਿੰਦੇ ਨੇ। ਕਹਿੰਦੇ ਐਸਾ ਨਹੀਂ। ਜਿਵੇਂ ਬਾਹਰ ਕਿਸੇ ਨੂੰ ਮਾਣ ਦਿੰਦੇ ਨੇ, ਕਹਿੰਦੇ ਮੈਦਾਨੇ ਜੰਗ ਵਿੱਚ ਵੀ ਕਿਸੇ ਨੂੰ ਮਾਣ ਦਿੰਦੇ। ਜਿਵੇਂ ਬਾਹਰ ਇਹ ਕਹਿੰਦੇ ਨੇ ਕਿਸੇ ਦੀ ਪੱਗ ਨਹੀਂ ਉਛਾਲਣੀ ਚਾਹੀਦੀ, ਕਹਿੰਦਾ ਮੈਂ ਆਪਣੀ ਅੱਖੀਂ ਵੇਖਿਆ ਮੈਦਾਨੇ ਜੰਗ 'ਚ ਲੜਦਿਆਂ ਲੜਦਿਆਂ ਜੇ ਕਿਸੇ ਸਾਹਮਣੇ ਵਾਲੇ ਦੀ ਪੱਗ ਥੱਲੇ ਡਿੱਗ ਗਈ ਹੈ, ਇਹ ਉਹਦੇ ਤੇ ਵਾਰ ਨਹੀਂ ਕਰਦੇ, ਇਹ ਆਪਣੇ ਵਾਰ ਨੂੰ ਉੱਥੇ ਰੋਕ ਦਿੰਦੇ ਨੇ। ਜਿਵੇਂ ਬਾਹਰ ਕਿਸੇ ਡਿੱਗੇ ਹੋਏ ਦੀ ਇਹ ਮਦਦ ਕਰਦੇ ਨੇ, ਮੈਦਾਨੇ ਜੰਗ 'ਚ ਇਹਨਾਂ ਨਾਲ ਲੜਦਿਆਂ ਲੜਦਿਆਂ ਜੇ ਕੋਈ ਡਿੱਗ ਜਾਂਦਾ ਹੈ, ਇਹ ਉਹਦੇ ਤੇ ਵਾਰ ਨਹੀਂ ਕਰਦੇ। ਇਹਨੂੰ ਕੀ ਕਹੋਗੇ? ਸਿੱਖ ਨੇ ਤਾਂ ਮੈਦਾਨੇ ਜੰਗ ਵਿੱਚ ਵੀ ਆਪਣੇ ਉਸ ਅਸੂਲ ਨੂੰ, ਜਿਹਨੂੰ ਗੁਰਦੇਵ ਨੇ ਆਖਿਆ ਦਿਲੋਂ ਮੁਹੱਬਤ ਨੂੰ ਛੱਡਿਆ ਨਹੀਂ। ਉੱਥੇ ਉਹਨੇ ਇਹ ਗੱਲ ਨਹੀਂ ਕਹੀ ਕਿ ਮੈਦਾਨੇ ਜੰਗ ਹੀ ਹੈ, ਜੋ ਹੁੰਦਾ ਅੱਖਾਂ ਮੀਟ ਕੇ ਕਰ ਲਓ, ਨਹੀਂ, ਐਸਾ ਨਹੀਂ। ਉੱਥੇ ਵੀ ਉਹਨੇ ਗੁਰੂ ਦੇ ਉਹਨਾਂ ਅਸੂਲਾਂ ਨੂੰ ਜੋ ਉਹਨੇ ਆਮ ਜ਼ਿੰਦਗੀ 'ਚ ਅਪਣਾਏ ਸਨ, ਇੱਕ ਰਣ ਤੱਤੇ ਦੇ ਵਿੱਚ ਵੀ ਆਪਣੇ ਤੋਂ ਦੂਰ ਨਹੀਂ ਹੋਣ ਦਿੱਤੇ। ਸੋ ਇਹ ਘਾੜਤ ਕਿੱਥੋਂ ਘੜੀ ਗਈ? ਗੁਰਬਾਣੀ ਵਿੱਚੋਂ ਘੜੀ ਗਈ, ਜਿਹਦੀ ਗੱਲ ਇੱਥੇ ਚੱਲ ਰਹੀ ਹੈ। ਗੁਰਦੇਵ ਕਹਿੰਦੇ
ਤੂੰ ਸਰੀਰ ਦੇ ਅੰਦਰ ਦੇ ਭੇਖ ਨੂੰ ਤੇ ਸਰੀਰ ਦੇ ਬਾਹਰ ਦੇ ਭੇਖ ਨੂੰ ਦੋਵਾਂ ਨੂੰ ਛੱਡ। ਦੋਵਾਂ ਨਾਲ ਗੱਲ ਨਹੀਂ ਬਣਨੀ। ਵੇਸੀ ਸ਼ਹੋ ਨਾ ਪਾਈਐ, ਕਰ ਕਰ ਵੇਸ ਰਹੀ। ਇਹਦੇ ਨਾਲ ਕੁਝ ਵੀ ਪ੍ਰਾਪਤੀ ਨਹੀਂ। ਪ੍ਰਾਪਤੀ ਕਿਹਦੇ ਨਾਲ ਹੈ? ਨਾਨਕ ਤਿਨੀ ਸ਼ਾਹ ਪਾਇਆ। ਗੁਰੂ ਅਮਰਦਾਸ ਕਹਿੰਦੇ ਉਹਨਾਂ ਨੇ ਸ਼ਾਹ ਪਾਇਆ ਜਿਨ ਗੁਰ ਕੀ ਸਿੱਖ ਸੁਣੀ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਅੰਦਰ ਜਜ਼ਬ ਦਿੱਤਾ। ਜੋ ਤਿਸ ਭਾਵੈ ਸੋ ਥੀਐ। ਤੇ ਜਿਹੜੇ ਇਹ ਕਹਿੰਦੇ ਰਹੇ ਜੋ ਗੁਰੂ ਨੂੰ ਚੰਗਾ ਲੱਗਦਾ ਹੈ ਉਹੀ ਸਾਨੂੰ ਚੰਗਾ ਲੱਗਦਾ ਹੈ। ਜੋ ਤਿਸ ਭਾਵੈ, ਜੋ ਗੁਰੂ ਨੂੰ ਭਾਉਂਦਾ ਹੈ ਸੋ ਥੀਐ, ਅਸੀਂ ਉਹੀ ਕਰਾਂਗੇ। ਇਨ ਬਿਦ ਕੰਤ ਮਿਲੀ। ਇਸ ਤਰੀਕੇ ਦੇ ਨਾਲ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ, ਪ੍ਰਾਪਤੀ ਹੋ ਸਕਦੀ ਹੈ। ਸੋ ਸਿੱਖੀ ਦੇ ਵਿੱਚ ਨਿਚੋੜ ਇਹ ਹੈ, ਗੁਰੂ ਦੀਆਂ ਸਿੱਖਿਆਵਾਂ ਹੀ ਸਾਡਾ ਭੇਖ ਹੈ, ਗੁਰੂ ਦੀਆਂ ਸਿੱਖਿਆਵਾਂ ਹੀ ਸਾਡਾ ਵੇਸ ਹੈ। ਜੇ ਅਸੀਂ ਕੇਸ ਧਾਰਨ ਕੀਤੇ ਹਨ ਤਾਂ ਇਹ ਗੁਰੂ ਦੀ ਸਿੱਖਿਆ ਵਿੱਚੋਂ ਆ, ਇਹ ਗੁਰੂ ਦਾ ਦਿੱਤਾ ਹੋਇਆ ਵੇਸ ਹੈ, ਇਹ ਗੁਰੂ ਦਾ ਦਿੱਤਾ ਹੋਇਆ ਭੇਖ ਹੈ। ਜੇ ਅਸੀਂ ਕੇਸ ਦੇ ਨਾਲ ਕਛਹਿਰਾ, ਕਿਰਪਾਨ ਤੇ 5 ਕਾਰ ਧਾਰਨ ਕੀਤੇ ਨੇ, ਇਹ ਗੁਰੂ ਦਾ ਦਿੱਤਾ ਹੋਇਆ ਵੇਸ ਤੇ ਭੇਖ ਹੈ। ਜਦੋਂ ਇਹ ਗੁਰੂ ਦੀਆਂ ਸਿੱਖਿਆਵਾਂ ਚੋਂ ਨੁੱਚੜ ਕੇ ਤੇ ਸਾਡੇ ਤੱਕ ਪਹੁੰਚਦਾ ਹੈ ਤਾਂ ਇਹਦਾ ਉਹ ਰੂਪ ਨਹੀਂ ਰਹਿੰਦਾ ਜੋ ਆਮ ਰੂਪ ਨੇ। ਇਹ ਅਲੱਗ ਹੋ ਜਾਂਦਾ ਹੈ, ਇਹ ਜੁਦਾ ਹੋ ਜਾਂਦਾ ਹੈ। ਇਹਦੇ ਵਿੱਚ ਤੇ ਬਾਕੀ ਭੇਖ ਵਿੱਚ ਫਰਕ ਹੋ ਜਾਂਦਾ ਹੈ। ਪਰ ਮਸਲਾ ਇਹ ਹੈ, ਅਸੀਂ ਕੇਸ ਨੂੰ, ਕਿਰਪਾਨ ਨੂੰ, ਕੜੇ ਨੂੰ, ਕੰਘੇ ਨੂੰ, ਕਛਹਿਰੇ ਨੂੰ ਭੇਖ ਦਾ ਰੂਪ ਦੇ ਦਿੱਤਾ ਹੈ। ਕਿਉਂ? ਕਿਉਂਕਿ ਜਿਹੜੀ ਗੁਰੂ ਦੀ ਸਿੱਖਿਆ ਇਹਨਾਂ ਨਾਲ ਜੁੜੀ ਹੋਈ ਸੀ, ਜਿਹਦੇ ਤੋਂ ਜੁਦਾ ਹੋ ਕੇ ਇਹ ਮੁਰਦੇ ਨੇ। ਜਿਵੇਂ ਸਾਡੇ ਸਰੀਰ ਵਿੱਚੋਂ ਜੋਤ ਨਿਕਲ ਜਾਏ ਤੇ ਸਰੀਰ ਮੁਰਦਾ ਹੈ, ਜਿਵੇਂ ਫੁੱਲ ਵਿੱਚੋਂ ਖੁਸ਼ਬੂ ਨਿਕਲ ਜਾਏ ਤੇ ਫੁੱਲ ਮੁਰਦਾ ਹੈ, ਜਿਵੇਂ ਰੁੱਖ ਦੀਆਂ ਜੜ੍ਹਾਂ ਕੱਟ ਦਿੱਤੀਆਂ ਜਾਣ ਤੇ ਰੁੱਖ ਮੁਰਦਾ ਹੈ। ਜਦੋਂ ਇਹਨਾਂ ਚੀਜ਼ਾਂ ਨਾਲੋਂ ਗੁਰੂ ਦੀਆਂ ਸਿੱਖਿਆਵਾਂ ਦੂਰ ਹੋ ਗਈਆਂ, ਕੰਘੇ ਨਾਲੋਂ ਗੁਰੂ ਦੀ ਸਿੱਖਿਆ ਦੂਰ ਹੋ ਗਈ ਤੇ ਕੰਘਾ ਮੁਰਦਾ ਹੋ ਗਿਆ। ਕਛਹਿਰੇ ਨਾਲੋਂ ਗੁਰੂ ਦੀ ਸਿੱਖਿਆ ਦੂਰ ਹੋ ਗਈ ਤੇ ਕਛਹਿਰਾ ਮੁਰਦਾ ਹੋ ਗਿਆ। ਵੈਸੇ ਭੇਖ ਨਹੀਂ, ਇਹ 5 ਕਕੇ ਨੇ। ਇਹ ਉਸ ਗੁਰੂ ਦੇ ਮਹਾਨ ਸਰੋਵਰ ਚੋਂ, ਜਿਸ ਨੂੰ ਗੁਰਦੇਵ ਨੇ ਗੁਰੂ ਦੀ ਮੱਤ ਸਾਗਰ ਆਖਿਆ, ਉਹਦੇ ਚੋਂ ਨਿਕਲੇ ਹਨ। ਹਾਂ, ਲੋੜ ਹੈ ਅਸੀਂ ਇਹਨੂੰ ਭੇਖ ਨਾ ਬਣਨ ਦਈਏ। ਸਾਡੇ ਪੁਰਖਿਆਂ ਨੇ ਇਹਨੂੰ ਭੇਖ ਨਹੀਂ ਬਣਨ ਦਿੱਤਾ। ਉਹਨਾਂ ਨੇ ਇਸ ਨੂੰ ਗੁਰੂ ਦਾ ਦਿੱਤਾ ਹੋਇਆ ਸਵਰੂਪ ਮੰਨਿਆ, ਗੁਰੂ ਦਾ ਦਿੱਤਾ ਹੋਇਆ ਇੱਕ ਖਾਸ ਚਿੰਨ੍ਹ ਮੰਨਿਆ। ਸੋ ਖੈਰ, ਅੱਗੇ ਚੱਲ ਕੇ ਇਹਦਾ ਜ਼ਿਕਰ ਆਏਗਾ, ਆਪਾਂ ਸਮਝਾਂਗੇ। ਅੱਗੇ ਜਾ ਕੇ ਸਵਾਰ ਵਿੱਚ ਜ਼ਿਕਰ ਆਏਗਾ ਕਿ ਕਿੱਥੇ ਜਾ ਕੇ ਕਿਰਪਾਨ ਖਾਲਸੇ ਦੇ ਜੀਵਨ ਵਿੱਚ ਭੇਖ ਬਣੀ, ਕਿੱਥੇ ਜਾ ਕੇ ਕਛਹਿਰਾ ਭੇਖ ਬਣਿਆ, ਕਿੱਥੋਂ ਇਹ ਚੀਜ਼ਾਂ ਫਿਰ ਧੀਰੇ ਧੀਰੇ ਭੇਖ ਬਣੀਆਂ। ਤੇ ਅੱਜ ਬਹੁਤ ਸਾਰੇ ਬੰਦੇ ਇਹ ਗੱਲ ਕਹਿਣ ਤੱਕ ਪਹੁੰਚ ਗਏ ਕਿ ਇਹ ਤੇ ਇੱਕ ਭੇਖ ਹੀ ਹੈ ਜੋ ਅਸੀਂ ਧਾਰਨ ਕੀਤਾ। ਕਿਵੇਂ? ਇਸ ਵਿਚਾਰ ਨੂੰ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਸਮਝਣ ਦੀ ਲੋੜ ਹੈ। ਜੇ ਨਹੀਂ ਸਮਝਾਂਗੇ ਤੇ ਮੈਂ ਸਮਝਦਾ ਅਸੀਂ ਆਪਣੇ ਗੁਰੂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਾਲ ਉਵੇਂ ਹੀ ਨਫ਼ਰਤ ਕਰਾਂਗੇ ਜਿਵੇਂ ਬਾਕੀ ਧਰਮਾਂ ਵਾਲੇ ਆਪਣੇ ਪੈਗੰਬਰ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਾਲ ਨਫ਼ਰਤ ਕਰਨ ਲੱਗ ਪਏ ਹਨ। ਸੋ ਗੁਰਦੇਵ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨ, ਪਿਆਰ ਸਹਿਤ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ। ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਾ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ